ਹੈਲੋ ਗਾਇਸ, ਵੈਲਕਮ ਟੂ ਅ YouTube ਚੈਨਲ। ਸੋ ਅੱਜ ਦਾ ਆਪਣਾ ਟੌਪਿਕ ਹੈਗਾ ਰਾਈਟਿੰਗ ਟਾਸਕ 2। ਰਾਈਟਿੰਗ ਟਾਸਕ 2 ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ। ਸਭ ਤੋਂ ਪਹਿਲਾਂ ਆਪਾਂ ਵੇਖਾਂਗੇ ਫਾਰਮੈਟ ਕੀ ਹੁੰਦਾ ਹੈ। ਫਾਰਮੈਟ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲਿਖਦੇ ਹਾਂ ਇੰਟਰੋਡਕਸ਼ਨ, ਬੋਡੀ ਪੈਰਾਗ੍ਰਾਫ 1, ਬੋਡੀ ਪੈਰਾਗ੍ਰਾਫ 2, ਬੋਡੀ ਪੈਰਾਗ੍ਰਾਫ 3 ਐਂਡ ਤੇ ਕਨਕਲੂਜ਼ਨ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਆਪਣਾ ਟੌਪਿਕ ਹੈਗਾ ਹੈ ਮੋਰ ਐਂਡ ਮੋਰ ਸਟੂਡੈਂਟਸ ਆਰ ਚੂਜ਼ਿੰਗ ਟੂ ਸਟੱਡੀ ਐਟ ਕਾਲਜਸ ਐਂਡ ਯੂਨੀਵਰਸਿਟੀਜ਼ ਇਨ ਅ ਫੋਰਨ ਕੰਟਰੀ। ਵਟ ਆਰ ਦਾ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਆਫ ਦਿਸ ਟ੍ਰੈਂਡ। ਕਹਿੰਦੇ ਆ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਬੱਚੇ ਆ ਉਹ ਕੀ ਚੂਜ਼ ਕਰਦੇ ਪਏ ਆ ਕਿ ਬਾਹਰ ਦੇ ਕਾਲਜ ਅਤੇ ਯੂਨੀਵਰਸਿਟੀ ਦੇ ਵਿੱਚ ਜਾ ਕੇ ਕਿ ਉਹ ਆਪਣੀ ਪੜ੍ਹਾਈ ਕਰਨ। ਮੋਸਟਲੀ +2 ਤੋਂ ਬਾਅਦ ਕਰਦੇ ਆ, ਜਿਵੇਂ ਹੁਣ ਆਪਣੀ ਸੁਸਾਇਟੀ ਦੇ ਵਿੱਚ ਇਹ ਟਰੈਂਡ ਚੱਲਣ ਦਿਆ ਹੈ ਕਿ ਆਫਟਰ ਸਕੂਲ ਸਟੱਡੀ ਬੱਚੇ ਕੀ ਪ੍ਰੈਫਰ ਕਰਦੇ ਆ ਦੂਸਰੀਆਂ ਕੰਟਰੀਜ਼ ਦੇ ਵਿੱਚ ਜਾ ਕੇ ਪੜ੍ਹਨਾ। ਸੋ ਇਹਦੇ ਕੀ ਫਾਇਦੇ ਅਤੇ ਕੀ ਨੁਕਸਾਨ ਆ ਉਹ ਉਹਨਾਂ ਨੇ ਆਪਾਂ ਨੂੰ ਪੁੱਛੇ ਆ। ਸੋ ਸਭ ਤੋਂ ਪਹਿਲਾਂ ਆਪਾਂ ਲਿਖਣਾ ਇੰਟਰੋਡਕਸ਼ਨ ਦੇ ਵੀ 3 ਪਾਰਟ ਹੁੰਦੇ ਆ। ਸਭ ਤੋਂ ਪਹਿਲਾਂ ਹੁੰਦਾ ਹੈ ਬੈਕਅਪ ਲਾਈਨ, ਕਿ ਆਪਾਂ ਜਨਰਲ ਲਾਈਨ ਕਹਿ ਸਕਦੇ ਹਾਂ ਟੌਪਿਕ ਦੇ ਉੱਪਰ। ਫਿਰ ਹੁੰਦਾ ਹੈ ਰੀਫਰੇਸ ਕੀ ਹੈ, ਜਿਹੜੀ ਆਪਾਂ ਨੂੰ ਸਟੇਟਮੈਂਟ ਦਿੱਤੀ ਆ, ਜਿਹੜੇ ਵਰਡਸ ਦਿੱਤੇ ਹੋਏ ਨਾ ਆਪਾਂ ਉਹਨਾਂ ਦੀ ਜਗ੍ਹਾ ਕੀ ਆ ਸਿਨੋਨਿਮਸ ਯੂਜ਼ ਕਰਨੇ ਹੁੰਦੇ ਆ। ਠੀਕ ਆ, ਜਿਵੇਂ ਸਟੂਡੈਂਟਸ ਦੀ ਜਗ੍ਹਾ ਆਪਾਂ ਲਰਨਰਸ ਲਿਖ ਲਿਆ। ਠੀਕ ਆ, ਕਿ ਆਪਾਂ ਮਤਲਬ ਉਹਨਾਂ ਵਰਡਸ ਦਾ ਸੇਮ ਨਿਕਲੇ ਬਟ ਆਪਾਂ ਸਿਨੋਨਿਮਸ ਯੂਜ਼ ਕਰਨੇ ਆ। ਜਿਵੇਂ ਆਪਾਂ ਪੰਜਾਬੀ ਦੇ ਵਿੱਚ ਸਮਾਨਾਰਥਕ ਸ਼ਬਦ ਨਹੀਂ ਯੂਜ਼ ਕਰਦੇ ਹੁੰਦੇ ਸੀ, ਉੱਦਾਂ ਹੀ ਆਪਾਂ ਕਰਨੇ ਆ। ਫਿਰ ਥੀਸਿਸ ਲਾਈਨ ਦਾ ਮਤਲਬ ਇਹ ਕਿ ਆਪਾਂ ਇਹ ਐਸੇ ਦੇ ਵਿੱਚ ਜ਼ਿਆਦਾ ਫਾਇਦੇ ਲਿਖਣ ਜਾ ਰਹੇ ਹਾਂ ਜਾਂ ਜ਼ਿਆਦਾ ਨੁਕਸਾਨ ਲਿਖਣ ਜਾ ਰਹੇ ਹਾਂ। ਸੋ ਇੱਦਾਂ ਕਦੇ ਨਹੀਂ ਆਪਾਂ ਕਰਨਾ ਕਿ 50-50 ਜਾਈਏ, ਮਤਲਬ ਜਿੰਨੇ ਆਪਾਂ ਐਡਵਾਂਟੇਜਸ 'ਤੇ ਪੁਆਇੰਟ ਲਿਖਦੇ ਹਾਂ ਆਪਾਂ ਓਨੇ ਡਿਸਐਡਵਾਂਟੇਜਸ 'ਤੇ ਲਿਖ ਦਈਏ। ਨਹੀਂ, ਇੱਦਾਂ ਕਦੇ ਵੀ ਨਹੀਂ ਕਰਨਾ। ਸਭ ਤੋਂ ਪਹਿਲਾਂ ਦੇਖੋ ਬੈਕਅਪ ਲਾਈਨ। ਨਾਓ ਅ ਡੇਜ਼ ਸਟੂਡੈਂਟਸ ਹੈਵ ਪਲੈਥੋਰਾ ਆਫ ਓਪਰਚੁਨਿਟੀਜ਼ to do their further studies from top educational institute of the world। ਕਹਿਣ ਦਾ ਭਾਵ ਇਹ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਕੋਲ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ, ਬਹੁਤ ਸਾਰੇ ਮੌਕੇ ਨੇ ਕਿ ਉਹ ਆਪਣੀ ਜਿਹੜੀ ਫਰਦਰ ਸਟੱਡੀਜ਼, ਮਤਲਬ ਚਾਹੇ ਉਹ +2 ਤੋਂ ਬਾਅਦ ਆ ਚਾਹੇ ਉਹ ਗ੍ਰੈਜੂਏਸ਼ਨ ਤੋਂ ਬਾਅਦ ਆ, ਜੋ ਮਤਲਬ ਆਪਣੀ ਪੜ੍ਹਾਈ ਅੱਗੇ ਕਰਨਾ ਚਾਹੁੰਦੇ ਆ ਉਹ ਦੁਨੀਆ ਦੇ ਟੌਪ ਮਤਲਬ ਸਭ ਤੋਂ ਵਧੀਆ ਐਜੂਕੇਸ਼ਨਲ ਇੰਸਟੀਟਿਊਟ ਤੋਂ ਕੀ ਕਰ ਸਕਦੇ ਆ। ਰੀਫਰੇਸ ਦੇ ਵਿੱਚ ਆਪਾਂ ਕੀ ਕਰਨਾ ਹੁੰਦਾ ਹੈ ਕਿ ਜਿਹੜੀ ਆਪਾਂ ਨੂੰ ਸਟੇਟਮੈਂਟ ਦਿੱਤੀ ਹੋਈ ਆ ਮੋਰ ਐਂਡ ਮੋਰ ਸਟੂਡੈਂਟਸ ਆਰ ਚੂਜ਼ਿੰਗ ਟੂ ਸਟੱਡੀ ਇਨ ਫੋਰਨ ਕਾਲਜਸ ਐਂਡ ਯੂਨੀਵਰਸਿਟੀਜ਼, ਉਹਦੀ ਜਗ੍ਹਾ ਆਪਾਂ ਲਿਖਣੇ ਹੁੰਦੇ ਆ ਸਿਨੋਨਿਮਸ। ਜਿਵੇਂ ਲਿਖਤਾ ਡਿਊ ਟੂ ਵਿਚ ਇਟ ਇਜ਼ ਐਕਸਟ੍ਰੀਮਲੀ ਪੋਪੂਲਰ ਅਮੰਗ ਲਰਨਰਸ ਟੂ ਗੋ ਟੂ ਓਵਰਸੀਜ਼ ਇੰਸਟੀਟਿਊਟਸ ਫॉर ਐਕਵਾਇਰਿੰਗ ਕੁਆਲਿਟੀ ਐਜੂਕੇਸ਼ਨ। ਕਹਿੰਦੇ ਆ ਕਿ ਬੱਚਿਆਂ ਕੋਲ ਬਹੁਤ ਸਾਰੀਆਂ ਓਪਰਚੁਨਿਟੀਜ਼ ਹੋਣ ਕਰਕੇ ਜਿਹੜੇ ਇਹ ਟੌਪਿਕ ਆ, ਇਹ ਟਰੈਂਡ ਆ, ਬੜਾ ਕਾਮਨ ਮਤਲਬ ਬੜਾ ਪੋਪੂਲਰ ਆ, ਮਸ਼ਹੂਰ ਆ ਬੱਚਿਆਂ ਦੇ ਵਿੱਚ ਕਿ ਉਹ ਓਵਰਸੀਜ਼ ਦਾ ਮਤਲਬ ਕੀ ਆ ਫੋਰਨ ਇੰਸਟੀਟਿਊਟਸ ਦੇ ਵਿੱਚ ਜਾ ਕੇ ਇੱਕ ਬੜੀ ਵਧੀਆ ਐਜੂਕੇਸ਼ਨ ਕੀ ਆ ਉਹ ਅਕਵਾਇਰ ਕਰਨ, ਮਤਲਬ ਪ੍ਰਾਪਤ ਕਰਨ। ਨੈਕਸਟ ਆ ਗਈ ਥੀਸਿਸ ਲਾਈਨ ਦਾ ਮਤਲਬ ਕਿ ਆਪਾਂ ਐਸੇ ਦੇ ਵਿੱਚ ਡਿਸਕਸ ਕੀ ਕਰਨ ਜਾ ਰਹੇ ਹਾਂ। ਜਿਵੇਂ ਮੈਂ ਲਿਖਿਆ ਹੋਇਆ ਹੈ ਦਿਸ ਐਸੇ ਇਜ਼ ਐਨ ਅਟੈਂਪਟ ਟੂ ਐਡਰੈਸ ਮੇਜਰ ਮੈਰਿਟਸ ਮਤਲਬ ਕੀ ਹੁੰਦਾ ਫਾਇਦੇ ਐਂਡ ਮਾਈਨਰ ਡੀਮੈਰਿਟਸ ਆਫ ਦਿਸ ਟ੍ਰੈਂਡ, ਕਿ ਇਹ ਐਸੇ ਦੇ ਵਿੱਚ ਕਿ ਆਪਾਂ ਜ਼ਿਆਦਾ ਇਹਦੇ ਫਾਇਦੇ ਅਤੇ ਥੋੜ੍ਹੇ ਬਹੁਤ ਕੀ ਨੁਕਸਾਨ ਲਿਖਾਂਗੇ। ਹੁਣ ਆਪਾਂ ਕੀ ਹੈ ਇੰਟਰੋਡਕਸ਼ਨ ਨੂੰ ਪੂਰਾ ਕੀ ਹੈ ਕੰਬਾਈਨ ਕਰਕੇ ਲਿਖਤਾ ਹੈ। ਜਿਵੇਂ ਲਿਖਿਆ ਹੈ ਨਾਓ ਅ ਡੇਜ਼ students have plethora of opportunities to do their further studies from top educational institute of the world। ਇਹ ਸੀ ਆਪਣੀ backup line। due to which it is extremely popular among learners to go to overseas institutes for acquiring quality education। ਇਹ ਹੈਗੀ ਸੀ ਆਪਣਾ ਰੀਫਰੇਸ। ਅਤੇ ਆਪਣੀ ਜਿਹੜੀ ਥੀਸਿਸ ਲਾਈਨ ਆ ਉਹ ਹੈਗੀ ਆ ਦਿਸ ਐਸੇ ਇਜ਼ ਐਨ ਅਟੈਂਪਟ ਟੂ ਐਡਰੈਸ ਮੇਜਰ ਮੈਰਿਟਸ ਐਂਡ ਮਾਈਨਰ ਡੀਮੈਰਿਟਸ ਆਫ ਦਿਸ ਟ੍ਰੈਂਡ। ਸੋ ਇਹ ਹੈ ਆਪਣੀ ਇੰਟਰੋਡਕਸ਼ਨ, ਕੋਈ ਔਖਾ ਨਹੀਂ ਆ, ਸਿਰਫ ਆਪਾਂ ਪਹਿਲਾਂ ਜਰਨਲ ਲਾਈਨ ਲਿਖਣੀ ਆ, ਫਿਰ ਆਪਾਂ ਰੀਫਰੇਸ ਕਰਨਾ ਹੈ ਸਿਨੋਨਿਮਸ ਨੂੰ ਯੂਜ਼ ਕਰਕੇ, ਅਤੇ ਉਸ ਤੋਂ ਬਾਅਦ ਆਪਾਂ ਇੱਕ ਲਾਈਨ 'ਚ ਦੱਸ ਦੇਣਾ ਹੈ ਕਿ ਆਪਾਂ ਇਹ ਐਸੇ ਦੇ ਵਿੱਚ ਲਿਖਣ ਕੀ ਜਾ ਰਹੇ ਹਾਂ। ਨੈਕਸਟ ਹੈਗਾ ਆਪਣੇ ਕੋਲ ਬੋਡੀ ਪੈਰਾਗ੍ਰਾਫ 1 ਦੇ ਵਿੱਚ ਆਪਾਂ ਕੀ ਲਿਖਾਂਗੇ ਕਿ ਜਿਹੜੇ ਆਪਾਂ ਜ਼ਿਆਦਾ ਪੁਆਇੰਟਸ ਲਿਖਣੇ ਆ, ਜਿਵੇਂ ਹੁਣ ਆਪਾਂ ਫਾਇਦੇ ਜ਼ਿਆਦਾ ਲਿਖਣੇ ਆ ਅਤੇ ਫਿਰ ਆਪਾਂ ਕੀ ਕਰਾਂਗੇ 2 BP ਆਪਾਂ ਫਾਇਦਿਆਂ ਦੇ ਉੱਪਰ ਬਣਾ ਲਾਂਗੇ।
ਸੋ ਜਦੋਂ ਵੀ ਕੋਈ ਆਪਾਂ ਬੀਪੀ ਸਟਾਰਟ ਕਰਨਾ ਹੈ, ਫਿਰ ਆਪਾਂ ਕੀ ਇੱਕ ਕਨੈਕਟਰ ਲਗਾਉਣਾ ਹੁੰਦਾ ਹੈ। ਜਿੱਦਾਂ ਲਗਾਇਆ ਹੋਇਆ ਹੈ ਕਨੈਕਟ ਮੈਨੇ, ਟੂ ਕਮੈਂਸ ਵਿਦ, ਕਮੈਂਸ ਮਤਲਬ ਹੁੰਦਾ ਹੈ ਸਟਾਰਟ ਕਰਨਾ। ਟੂ ਕਮੈਂਸ ਵਿਦ ਦੇਅਰ ਆਰ ਮੈਨੀ ਪ੍ਰੋਸ ਆਫ ਸਟੱਡਿੰਗ ਅਬਰੋਡ। ਇਹਦਾ ਮਤਲਬ ਕਿ ਬਾਹਰ ਪੜ੍ਹਾਈ ਕਰਨ ਦੇ ਬਹੁਤ ਜ਼ਿਆਦਾ ਕੀ ਆ ਫਾਇਦੇ ਨੇ। ਫਸਟ ਐਂਡ ਫੋਰਮੋਸਟ, ਸਭ ਤੋਂ ਪਹਿਲਾਂ ਅਤੇ ਮੇਨ, ਪੀਪਲਸ ਬਿਕਮ ਮੋਰ ਇੰਡੀਪੈਂਡੈਂਟ ਬਾਈ ਲਿਵਿੰਗ ਅਲੋਨ ਇਨ ਫੋਰਨ ਕੰਟਰੀ। ਕਹਿੰਦੇ ਜਿਹੜੇ ਬੱਚੇ ਹੁੰਦੇ ਆ ਉਹ ਕੀ ਆ ਕਿਸੇ 'ਤੇ ਡਿਪੈਂਡ ਨਹੀਂ ਰਹਿੰਦੇ, ਉਹ ਸਿਰਫ ਆਪਣੇ ਆਪ 'ਤੇ ਨਿਰਭਰ ਰਹਿੰਦੇ ਆ। ਕਿਸੇ ਨਵੀਂ ਕੰਟਰੀ ਦੇ ਵਿੱਚ ਜਾ ਕੇ ਇਕੱਲੇ ਰਹਿਣਾ, ਉਹ ਵੀ ਜਿਵੇਂ ਫੋਰ ਐਗਜ਼ਾਮਪਲ ਉਹ ਕੀ ਰਿਸਪੋਂਸੀਬਲ ਆ, ਮਤਲਬ ਜ਼ਿੰਮੇਵਾਰ ਆ। ਕੁਕਿੰਗ, ਖਾਣਾ ਖੁਦ ਬਣਾਉਣਾ ਪੈਂਦਾ ਹੈ, ਕਲੀਨਿੰਗ ਵੀ ਖੁਦ ਕਰਨੀ ਪੈਂਦੀ ਆ, ਆਪਣੇ ਬਿਲਸ ਵਗੈਰਾ ਸਭ ਕੁਝ ਬੱਚੇ ਨੂੰ ਕੀ ਖੁਦ ਕਰਨਾ ਪੈਂਦਾ ਹੈ। ਉੱਥੇ ਆਪਾਂ ਨੂੰ ਆਪਣੀ ਹੋਮ ਕੰਟਰੀ ਵਰਗੀਆਂ ਫੈਸਿਲਿਟੀਜ਼ ਨਹੀਂ ਮਿਲਦੀਆਂ ਕਿ ਸਾਰਾ ਕੰਮ ਆਪਣੇ ਪੇਰੈਂਟਸ ਕਰ ਦੇਣਗੇ, ਨਹੀਂ। ਮਤਲਬ ਉੱਥੇ ਬੱਚਿਆਂ ਨੂੰ ਜਾ ਕੇ ਹਰ ਇੱਕ ਕੰਮ ਆਪਣੇ ਆਪ ਕਰਨਾ ਪੈਂਦਾ ਹੈ, ਜਿਸ ਕਰਕੇ ਬੱਚਿਆਂ ਦੀ ਜਿਹੜੀ ਡਿਪੈਂਡੈਂਸੀ ਆ ਦੂਜਿਆਂ ਉੱਪਰ, ਜਿਹੜੇ ਦੂਜਿਆਂ ਉੱਪਰ ਨਿਰਭਰ ਰਹਿੰਦੇ ਨੇ, ਉਹ ਕੀ ਆ ਬਹੁਤ ਹੱਦ ਤੱਕ ਮਤਲਬ ਟੋਟਲੀ ਉਹ ਖ਼ਤਮ ਹੀ ਹੋ ਜਾਂਦੇ ਆ ਕਿ ਮਤਲਬ ਬੱਚੇ ਸਿਰਫ ਆਪਣੇ ਆਪ 'ਤੇ ਡਿਪੈਂਡ ਰਹਿੰਦੇ ਆ। ਨੈਕਸਟ ਕੀ ਆ, ਇੱਕ ਸੈਕਿੰਡ ਪੁਆਇੰਟ ਆ। ਜਦੋਂ ਵੀ ਆਪਾਂ ਕੋਈ ਪੁਆਇੰਟ ਲਿਖਣਾ ਜਾਂ ਸਟਾਰਟਿੰਗ ਕਰਨੀ ਹੈ ਕਿਸੇ ਵੀ ਬੀਪੀ ਦੀ, ਤਾਂ ਆਪਾਂ ਇੱਕ ਕਨੈਕਟਰ ਲਗਾਉਣਾ ਹੈ। ਸੈਕਿੰਡਲੀ, ਮੂਵਿੰਗ ਟੂ ਅਦਰ ਕੰਟਰੀਜ਼ ਕੈਨ ਇਨਹਾਂਸ ਦਾ ਨੌਲੇਜ ਆਫ ਇੰਡੀਵਿਜੂਅਲਸ। ਕਹਿਣ ਦਾ ਭਾਵ ਕਿ ਜਦੋਂ ਆਪਾਂ ਦੂਜੀ ਕੰਟਰੀ ਦੇ ਵਿੱਚ ਜਾਂਦੇ ਹਾਂ, ਉਦੋਂ ਕੀ ਆ ਇੱਕ ਇੰਡੀਵਿਜੂਅਲ, ਇੱਕ ਵਿਅਕਤੀ ਦੀ ਕੀ ਆ ਨੌਲੇਜ ਦੇ ਵਿੱਚ ਵੀ ਬੜਾ ਵਾਧਾ ਹੁੰਦਾ ਹੈ। ਐਂਡ ਮਾਸਸ ਆਲਸੋ ਗੇਨ ਨਿਊ ਐਕਸਪੀਰੀਅੰਸ ਆਫ ਐਵਰੀਥਿੰਗ, ਕਿ ਜਿਹੜੇ ਲੋਕ ਆ ਉਹਨਾਂ ਨੂੰ ਹਰ ਇੱਕ ਚੀਜ਼ ਦਾ ਇੱਕ ਨਵਾਂ ਐਕਸਪੀਰੀਅੰਸ ਕਰਦੇ ਆ, ਕਿ ਜਿਵੇਂ ਉਹ ਲਰਨ ਕਰਦੇ ਆ ਫੋਰਨ ਲੈਂਗੁਏਜ ਨੂੰ, ਉਹਨਾਂ ਦੇ ਕਲਚਰ ਨੂੰ ਵੇਖਦੇ ਆ ਕਿ ਕੀ ਉਹਨਾਂ ਦੇ ਹੈਬਿਟਸ ਨੇ ਜਾਂ ਕਿਹੜੇ ਕਿਹੜੇ ਫੈਸਟੀਵਲਸ ਉਹ ਮਨਾਉਂਦੇ ਨੇ। ਅਤੇ ਉਹਨਾਂ ਦਾ ਕੀ ਇੱਕ ਚਾਂਸ ਹੁੰਦਾ ਹੈ ਆਪਣੀ ਕਮਿਊਨੀਕੇਸ਼ਨ ਸਕਿੱਲਸ, ਮਤਲਬ ਆਪਣੇ ਗੱਲ ਕਰਨ ਦੇ ਤਰੀਕੇ ਨੂੰ ਇੰਪਰੂਵ ਕਰਨ ਦੇ, ਜਿਹਦੇ ਵਿੱਚ ਆਪਣਾ ਕੌਨਫੀਡੈਂਸ ਲੈਵਲ ਵੀ ਇਨਕਰੀਜ਼ ਹੁੰਦਾ ਹੈ ਅਤੇ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਸੁਸਾਇਟੀ ਦੇ ਵਿੱਚ ਵਿਚਰਨਾ ਕਿਵੇਂ ਆ। ਸੋ ਇਹ ਕੀ ਆ ਫਾਇਦੇ ਆ ਜਿਹੜੇ ਆਪਾਂ BP1 ਦੇ ਵਿੱਚ ਕੀ ਐਕਸਪਲੇਨ ਕਰ ਦਿੱਤੇ ਆ। ਨੈਕਸਟ ਹੈਗਾ ਆਪਣਾ ਬੋਡੀ ਪੈਰਾਗ੍ਰਾਫ ਸੈਕਿੰਡ। ਹੁਣ ਜਿਵੇਂ ਮੈਂ ਦੱਸਿਆ ਕਿ ਥੀਸਿਸ ਲਾਈਨ ਦੇ ਵਿੱਚ ਆਪਾਂ ਇਹ ਲਿਖਿਆ ਹੈ ਕਿ ਇਸ ਐਸੇ ਦੇ ਵਿੱਚ ਆਪਾਂ ਜ਼ਿਆਦਾ ਕੀ ਆ ਫਾਇਦੇ ਦੱਸਾਂਗੇ ਬਾਹਰ ਜਾ ਕੇ ਪੜ੍ਹਾਈ ਕਰਨ ਦੀ। ਸੋ ਉਸ ਅਕੋਰਡਿੰਗ ਕੀ ਆਪਾਂ BP ਸੈਕਿੰਡ ਕੀ ਆ ਉਹ ਵੀ ਐਡਵਾਂਟੇਜਸ ਦੇ ਉੱਪਰ ਬਣਾ ਦਾਂਗੇ। ਪੈਰਾਗ੍ਰਾਫ ਨੂੰ ਜ਼ਿਆਦਾ ਲੈਂਦੀ ਨਹੀਂ ਕਰਨਾ ਹੁੰਦਾ, ਇਸੇ ਕਰਕੇ ਮੈਂ ਇੱਕ ਪੈਰਾਗ੍ਰਾਫ ਦੀ ਜਗ੍ਹਾ 2 ਪੈਰਾਗ੍ਰਾਫ ਬਣਾਏ ਹੋਏ ਆ ਸਿਰਫ ਐਡਵਾਂਟੇਜਸ ਦੇ ਉੱਪਰ। ਸੋ ਜਿਵੇਂ ਮੈਂ ਦੱਸਿਆ ਕਿ ਜਦੋਂ ਵੀ ਆਪਾਂ ਕੋਈ BP ਸਟਾਰਟ ਕਰਨਾ ਹੈ ਤਾਂ ਆਪਾਂ ਇੱਕ ਕਨੈਕਟਰ ਲਗਾਉਣਾ ਹੈ। ਜਿਵੇਂ ਮੈਂ ਲਿਖਿਆ ਹੋਇਆ ਫਰਦਰ ਮੋਰ, ਫੋਰਨ ਐਜੂਕੇਸ਼ਨਲ ਆਰਗੇਨਾਈਜੇਸ਼ਨ ਆਫਰ ਬੈਟਰ ਕੋਰਸਿਸ ਟੂ ਲਰਨਰਸ, ਕਿ ਜਿਹੜੇ ਬਾਹਰਲੇ ਐਜੂਕੇਸ਼ਨਲ ਆਰਗੇਨਾਈਜੇਸ਼ਨਸ ਆ ਉਹ ਕੀ ਆ ਬਹੁਤ ਵਧੀਆ ਕੋਰਸਿਸ ਕੀ ਆ ਪ੍ਰੋਵਾਈਡ ਕਰਦੇ ਆ ਲਰਨਰਸ ਨੂੰ। ਦ ਕੁਆਲਿਟੀ ਲੈਵਲ ਆਫ ਐਜੂਕੇਸ਼ਨ ਇਨ ਦੀਸ ਇੰਸਟੀਟਿਊਸ਼ਨਸ ਮੇਕ ਐਵਰੀਵਨ ਕੈਪੇਬਲ ਫॉर ਜੋਬ ਓਪਰਚੁਨਿਟੀਜ਼। ਕਹਿੰਦੇ ਜਿਹੜਾ ਲੈਵਲ ਆ ਕੁਆਲਿਟੀ ਜਿਹੜੀ ਐਜੂਕੇਸ਼ਨ ਦੀ ਉਹ ਇੰਨੀ ਜ਼ਿਆਦਾ ਵਧੀਆ ਹੈ ਕਿ ਹਰ ਇੱਕ ਨੂੰ ਇਸ ਲਾਇਕ ਬਣਾ ਦਿੰਦੇ ਆ ਕਿ ਉਹ ਆਪਣੀ ਇੱਕ ਜੋਬ ਕਰ ਸਕਦੇ ਆ। ਜੋਬ ਵੀ ਕਿੱਥੇ, ਜਿੱਥੇ ਉਹਨਾਂ ਨੂੰ ਹੈਂਡਸਮ ਸੈਲਰੀ, ਮਤਲਬ ਬਹੁਤ ਵਧੀਆ ਸੈਲਰੀ ਮਿਲਦੀ ਪਈ ਆ। ਅਪਾਰਟ ਫਰੋਮ ਦਿਸ, ਮਤਲਬ ਸਿਰਫ ਇੰਨੇ ਫਾਇਦੇ ਨਹੀਂ ਆ ਕਿ ਇਸ ਤੋਂ ਬਿਨਾਂ ਹੋਰ ਵੀ ਫਾਇਦੇ ਨੇ। Few individuals also become self-sufficient to run their own business in developed nations. ਕਹਿੰਦੇ ਕੁਝ ਕੁ ਇੰਡੀਵਿਜੂਅਲਸ ਇੰਨੇ ਲਾਇਕ ਬਣ ਜਾਂਦੇ ਆ ਕਿ ਉਹ ਆਪਣਾ ਖੁਦ ਦਾ ਬਿਜ਼ਨਸ ਚਲਾ ਸਕਦੇ ਇੱਕ ਪੂਰੇ ਡਿਵੈਲਪਡ ਨੇਸ਼ਨ ਦੇ ਵਿੱਚ। ਐਂਡ ਕ੍ਰੀਏਟ ਦੇਅਰ ਯੂਨੀਕ ਆਈਡੈਂਟੀਟੀ ਇਨ ਦੇਅਰ ਡਰੀਮ ਕੰਟਰੀ, ਅਤੇ ਆਪਣੀ ਕੀ ਇੱਕ ਵੱਖਰੀ ਪਹਿਚਾਣ ਬਣਾ ਸਕਦੇ ਆ ਆਪਣੇ ਬਿਜ਼ਨਸ ਕਰਕੇ ਉਹ ਜਿਹੜੀ ਡਰੀਮ ਕੰਟਰੀ ਆ ਉਹਨਾਂ ਦੀ, ਜਿੱਥੇ ਉਹ ਰਹਿ ਰਹੇ ਨੇ। ਵਿਦ ਦਿਸ, ਇਸ ਦੇ ਨਾਲ ਹੀ ਦੇਅਰ ਪੇਰੈਂਟਸ ਐਜ਼ ਵੈਲ ਐਜ਼ ਦੇਅਰ ਲਵ ਵਨਸ ਆਲਸੋ ਫੀਲ ਪ੍ਰਾਊਡ ਔਨ ਦੈਮ, ਕਿ ਜਦੋਂ ਆਪਣਾ ਇੱਕ ਵੱਖਰੀ ਪਹਿਚਾਣ ਬਣਾ ਲੈਣਗੇ ਸੁਸਾਇਟੀ ਦੇ ਵਿੱਚ ਅਤੇ ਉਹਨਾਂ ਦੇ ਪੇਰੈਂਟਸ ਅਤੇ ਉਹਨਾਂ ਦੇ ਹੋਰ ਜਿਹੜੇ ਚਾਹੁਣ ਵਾਲੇ ਆ ਉਹਨਾਂ ਨੂੰ ਵੀ ਬੜਾ ਉਹਨਾਂ ਦੇ ਪ੍ਰਾਊਡ ਫੀਲ ਹੋਵੇਗਾ। ਸੋ ਇਹ ਸੀ ਸਾਰੀਆਂ ਐਡਵਾਂਟੇਜਸ। ਹੁਣ ਆਪਾਂ ਬੋਡੀ ਪੈਰਾਗ੍ਰਾਫ 3 'ਤੇ ਮੂਵ ਕਰਦੇ ਹਾਂ, ਜਿਹਦੇ ਵਿੱਚ ਆਪਾਂ ਦੱਸਾਂਗੇ ਡਿਸਐਡਵਾਂਟੇਜਸ, ਮਤਲਬ ਬਾਹਰ ਜਾ ਕੇ ਪੜ੍ਹਾਈ ਕਰਨ ਦੇ ਕੀ ਨੁਕਸਾਨ ਨੇ। ਬਾਰ ਇਸ ਗੱਲ ਨੂੰ ਰਿਪੀਟ ਕਰਦੀ ਪਈ ਹਾਂ ਕਿ ਜਦ ਵੀ ਆਪਾਂ BP ਸਟਾਰਟ ਕਰਨਾ ਹੈ ਅਤੇ ਆਪਾਂ ਕਨੈਕਟਰ ਲਗਾਉਣਾ ਹੈ। ਔਨ ਦਾ ਕੰਟਰੇਰੀ, ਇਹਦਾ ਮਤਲਬ ਇਹ ਆ ਕਿ ਜਿਵੇਂ ਆਪਾਂ ਪਹਿਲਾਂ ਫਾਇਦੇ ਦੱਸੇ, ਹੁਣ ਇਹਦੇ ਉਲਟ, ਔਨ ਦਾ ਕੰਟਰੇਰੀ ਮਤਲਬ ਉਹਦੇ ਉਲਟ ਹੁਣ ਆਪਾਂ ਕੀ ਦੱਸਾਂਗੇ, ਨੁਕਸਾਨ।
On the contrary, there are also some demerits of this trend. ਕਹਿੰਦੇ ਫਾਇਦੇ ਤਾਂ ਹੈਗੇ ਆ ਬਟ ਇਹਦੇ ਉਲਟ ਸਾਈਡ 'ਤੇ ਇਹਦੇ ਕੀ ਆ ਕੁਛ ਕੁ ਨੁਕਸਾਨ ਵੀ ਹੈਗੇ ਆ. Firstly, studying alone in an unfamiliar environment can lead to homesickness or even depression. ਕਹਿੰਦੇ ਸਭ ਤੋਂ ਪਹਿਲਾਂ ਇਹ ਆ ਕਿ ਜਦੋਂ ਆਪਾਂ ਇਹੋ ਜਿਹੇ ਇਨਵਾਇਰਮੈਂਟ ਵਿੱਚ ਜਾਂਦੇ ਹਾਂ ਜਿੱਥੇ ਆਪਾਂ ਨੂੰ ਕੁਛ ਨਹੀਂ ਪਤਾ, ਠੀਕ ਆ, ਉੱਥੇ ਕੀ ਆ ਆਪਾਂ ਜਦੋਂ ਡਿਫਿਕਲਟੀਜ਼ ਆਪਾਂ ਨੂੰ ਆਉਂਦੀਆਂ ਨੇ ਆਪਾਂ ਨੂੰ ਕੀ ਘਰਦਿਆਂ ਦੀ ਯਾਦ ਆਉਂਦੀ ਆ. ਹੋਮ ਸਿਕਨੈਸ ਮਤਲਬ ਘਰਦਿਆਂ ਦੀ ਯਾਦ ਆਉਣੀ. ਅਤੇ ਕਈ ਵਾਰ ਕੀ ਹੁੰਦਾ ਹੈ ਜਿਹੜੀ ਉਹ ਹੋਮ ਸਿਕਨੈਸ ਦੀ ਪ੍ਰੋਬਲਮ ਆ ਉਹਦੇ ਕਰਕੇ ਕਈ ਵਾਰ ਕੀ ਆ ਕਈਆਂ ਨੂੰ ਡਿਪਰੈਸ਼ਨ ਵੀ ਹੋ ਜਾਂਦਾ ਹੈ. ਸੈਕੰਡਲੀ, ਸਟੂਡੈਂਟਸ ਮੇ ਫੇਸ few difficulties like how to manage study with part-time job, rules and regulation of that particular country, and they also may find some problems in finding accommodation. ਕਹਿੰਦੇ ਕਿ ਇੱਕ ਤਾਂ ਹੋਮ ਸਿਕਨੈਸ ਮਤਲਬ ਘਰਦਿਆਂ ਦੀ ਯਾਦ ਤਾਂ ਆਉਂਦੀ ਆ, ਕਈਆਂ ਨੂੰ ਡਿਪਰੈਸ਼ਨ ਵੀ ਹੋ ਜਾਂਦਾ ਹੈ. ਅਤੇ ਦੂਜਾ ਪੁਆਇੰਟ ਇਹ ਆ ਕਿ ਸਟੂਡੈਂਟਸ ਨੂੰ ਕੁਛ ਕੁ ਡਿਫਿਕਲਟੀਜ਼ ਕੁਛ ਪ੍ਰੋਬਲਮਸ ਕੀ ਆ ਫੇਸ ਕਰਨੀਆਂ ਪੈਂਦੀਆਂ ਹੈ ਕਿ ਜਿਵੇਂ ਉਹਨਾਂ ਨੂੰ ਬੜਾ ਔਖਾ ਹੋ ਜਾਂਦਾ ਹੈ ਪੜ੍ਹਾਈ ਦੇ ਨਾਲ ਨਾਲ ਕਿ ਪਾਰਟ ਟਾਈਮ ਜੋਬ ਕਰਨੀ, ਫਿਰ ਕਿ ਉਹਨਾਂ ਨੂੰ ਦੂਸਰੀ ਕੰਟਰੀ ਦੇ ਰੂਲਸ ਰੈਗੂਲੇਸ਼ਨ ਨੂੰ ਜਾਣਨਾ, ਉਹਨਾਂ ਨੂੰ ਫੋਲੋ ਕਰਨਾ. ਬਿਕੋਜ਼ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਫੋਰਨ ਕੰਟਰੀਜ਼ ਆਪਣੇ ਰੂਲਸ ਰੈਗੂਲੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਸਟ੍ਰਿਕਟ ਨੇ. ਕਈਆਂ ਨੂੰ ਅਕਮੋਡੇਸ਼ਨ ਮਤਲਬ ਰਹਿਣ ਦੀ ਜਗ੍ਹਾ ਬੇਸਮੈਂਟ ਵਗੈਰਾ ਫਾਈਂਡ ਕਰਨ 'ਚ ਵੀ ਡਿਫਿਕਲਟੀ ਆਉਂਦੀ ਹੈ. ਸੋ ਇਹ ਸਾਰੇ ਕੀ ਆ ਨੁਕਸਾਨ ਆ ਦੂਸਰੀ ਕੰਟਰੀ ਵਿੱਚ ਜਾ ਕੇ ਕਿ ਜਦੋਂ ਬੱਚਿਆਂ ਦਾ ਦਿਲ ਨਹੀਂ ਲੱਗਦਾ, ਫਿਰ ਨਾ ਉਹ ਸਟੱਡੀ 'ਚ ਆਪਣਾ ਧਿਆਨ ਲਾ ਸਕਦੇ ਨੇ ਨਾ ਕੰਮ ਦੇ ਵਿੱਚ. ਐਂਡ 'ਤੇ ਆਪਾਂ ਲਿਖ ਦੇਣਾ ਹੈ ਕਨਕਲੂਜ਼ਨ ਕਿ ਮਤਲਬ ਆਪਾਂ ਇਹਦਾ ਓਵਰਆਲ ਦੱਸ ਦੇਣਾ ਹੈ ਕਿ ਇਹ ਟੋਪਿਕ ਇਹ ਐਸੇ ਦੇ ਵਿੱਚ ਆਪਾਂ ਗੱਲ ਕੀ ਕੀਤੀ ਅਤੇ ਉਹ ਤੋਂ ਆਪਣਾ ਕੀ ਸਿੱਟਾ ਕੀ ਨਿਕਲਦਾ ਪਿਆ. ਸੋ ਐਜ਼ ਮੈਂ ਤੁਹਾਨੂੰ ਦੱਸ ਹੀ ਰਹੀ ਹਾਂ ਕਿ ਕੋਈ ਵੀ BP ਸਟਾਰਟ ਕਰਨਾ ਹੈ ਆਪਾਂ ਇੱਕ ਕਨੈਕਟਰ ਲਗਾ ਕੇ ਸਟਾਰਟ ਕਰਨਾ ਹੈ. ਸੋ ਇੱਥੇ ਵੀ ਲਿਖਿਆ ਹੋਇਆ ਹੈ ਇਨ ਕਨਕਲੂਜ਼ਨ it is undeniable that continuing higher studies in a foreign country has more pros for masses. ਕਹਿੰਦੇ ਆ ਕਿ ਇਹ ਚੀਜ਼ ਨੂੰ ਆਪਾਂ ਡਿਨਾਈ ਨਹੀਂ ਕਰ ਸਕਦੇ, ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਆਪਣੀ ਹਾਇਰ ਸਟੱਡੀਜ਼ ਨੂੰ ਇੱਕ ਫੋਰਨ ਕੰਟਰੀ ਦੇ ਵਿੱਚ ਕੰਟੀਨਿਊ ਕਰਨਾ ਉਹਦੇ ਕੀ ਆ ਬਹੁਤ ਸਾਰੇ ਫਾਇਦੇ ਆ. Moreover, it is very common to face difficulties to achieve goals, and those who really want to get success in their life, they tackle all above mentioned problems with determination. ਕਹਿੰਦੇ ਕਿ ਜਿਵੇਂ ਫਾਇਦੇ ਤਾਂ ਹੈਗੇ ਆ ਬਟ ਜਿਹੜੇ ਆਪਣੇ ਨੁਕਸਾਨ ਡਿਸਕਸ ਕੀਤੇ ਹੋਏ ਨੇ ਉਹਨਾਂ ਬਾਰੇ ਇਹ ਲਿਖਿਆ ਹੈ ਕਿ ਕੋਈ ਵੀ ਜਦੋਂ ਆਪਾਂ ਕੰਮ ਕਰਦੇ ਹਾਂ ਆਪਣੇ ਜਿਹੜੇ ਗੋਲਸ ਨੇ ਜੋ ਆਪਾਂ ਅਚੀਵ ਕਰਨਾ ਚਾਹੁੰਦੇ ਹਾਂ ਲਾਈਫ ਦੇ ਵਿੱਚ ਮੁਸ਼ਕਿਲਾਂ ਤਾਂ ਆਉਂਦੀਆਂ ਨੇ. ਅਤੇ ਜਿਹੜੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਵਾਕਈ ਸਫਲਤਾ ਦੇਖਣਾ ਚਾਹੁੰਦੇ ਨੇ ਉਹ ਕੀ ਆ ਉਹਨਾਂ ਸਾਰੀਆਂ ਪ੍ਰੋਬਲਮਸ ਜਿਹੜੀਆਂ ਆਪਾਂ ਡਿਸਕਸ ਕੀਤੀਆਂ ਹੋਈਆਂ ਉੱਪਰ ਉਹਨਾਂ ਨੂੰ ਕੀ ਆ ਬੜੇ ਵਧੀਆ ਤਰੀਕੇ ਨਾਲ ਹੈਂਡਲ ਕਰ ਲੈਣਗੇ. ਸੋ ਇਹ ਸੀ ਅੱਜ ਦਾ ਆਪਣਾ ਟੋਪਿਕ. ਜੇ ਤੁਹਾਨੂੰ ਕਿਸੇ ਵੀ ਜਿਵੇਂ ਇੰਟਰੋ BP1 BP2 BP3 ਕਨਕਲੂਜ਼ਨ ਕਿਸੇ 'ਚ ਵੀ ਕਨਫਿਊਜ਼ਨ ਆ ਤੁਸੀਂ ਕਮੈਂਟਸ ਕਰ ਸਕਦੇ ਹੋ, ਮੈਂ ਡੈਫੀਨੇਟਲੀ ਤੁਹਾਨੂੰ ਰਿਪਲਾਈ ਦੇਵਾਂਗੀ.